ਦੋਸਤੋ, ਅੱਜ ਅਸੀਂ ਗੱਲਬਾਤ ਕਰਾਂਗੇ ਵਿਚਾਰਧਾਰਾ ਬਾਰੇ। ਵਿਚਾਰਧਾਰਾ ਕਿਸ ਨੂੰ ਕਹਿੰਦੇ ਹਨ? ਵਿਚਾਰ ਅਤੇ ਵਿਚਾਰਧਾਰਾ ਦਾ ਆਪਸ ਵਿੱਚ ਕੀ ਸੰਬੰਧ ਹੈ? ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਦ੍ਰਿਸ਼ਟੀਕੋਣ ਬਾਰੇ। ਅਸੀਂ ਜਾਣਦੇ ਹਾਂ ਕਿ ਕਿਸੇ ਬਾਹਰੀ ਦ੍ਰਿਸ਼ ਨੂੰ ਗਿਆਨ ਇੰਦਰੀਆਂ ਰਾਹੀਂ ਗ੍ਰਹਿਣ ਕਰਕੇ ਉਹਦੇ ਪ੍ਰਗਟਾਅ ਨੂੰ ਅਸੀਂ ਦ੍ਰਿਸ਼ਟੀਕੋਣ ਆਖਦੇ ਹਾਂ। ਬਾਹਰੀ ਵਰਤਾਰਿਆਂ ਨੂੰ ਜਦੋਂ ਅਸੀਂ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਗ੍ਰਹਿਣ ਕਰਦੇ ਹਾਂ ਤਾਂ ਬਾਹਰ ਤੋਂ ਗ੍ਰਹਿਣ ਕੀਤਾ ਗਿਆ ਅੰਦਰੂਨੀ ਪ੍ਰਭਾਵ ਹੁੰਦਾ ਹੈ। ਪਰ ਕੁਝ ਚੀਜ਼ਾਂ ਉਹ ਹੈ ਜੋ ਮਨੁੱਖ ਦੇ ਮਨ ਦੇ ਅੰਦਰ ਵਾਪਰਦੀਆਂ। ਹਰ ਵਿਅਕਤੀ, ਹਰ ਮਨੁੱਖ ਆਪਣੇ ਆਪ ਬਾਰੇ, ਦੂਸਰਿਆਂ ਬਾਰੇ, ਸਮਾਜ ਬਾਰੇ ਜਾਂ ਪ੍ਰਕਿਰਤੀ ਦੇ ਸਾਰੇ ਵਰਤਾਰਿਆਂ ਬਾਰੇ ਕੁਝ ਨਾ ਕੁਝ ਜ਼ਰੂਰ ਸੋਚ ਵਿਚਾਰ ਕਰਦਾ ਰਹਿੰਦਾ ਹੈ ਅਤੇ ਜੋ ਉਹਦੀ ਸੋਚ ਵਿਚਾਰ ਲਈ ਉਸ ਦੇ ਮਨ ਦੇ ਅੰਦਰ ਭਾਵ, ਉਸ ਦੇ ਮਨ ਦੇ ਅੰਦਰ ਬਾਹਰਲੀਆਂ ਚੀਜ਼ਾਂ ਬਾਰੇ ਪ੍ਰਤੀਕਰਮ ਉੱਠਦੇ ਹਨ, ਉਹਨਾਂ ਸਾਰਿਆਂ ਨੂੰ ਅਸੀਂ ਉਸ ਵਿਅਕਤੀ ਦੇ ਵਿਚਾਰ ਆਖਦੇ ਹਾਂ। ਐਸਾ ਕੋਈ ਵੀ ਵਿਅਕਤੀ ਨਹੀਂ ਹੁੰਦਾ ਜਿਸ ਦੇ ਕੋਈ ਆਪਣੇ ਵਿਚਾਰ ਨਾ ਹੋਣ। ਜਦੋਂ ਕਿਸੇ ਵਿਅਕਤੀ ਨੂੰ ਕਿਸੇ ਵਿਸ਼ੇਸ਼ ਵਰਤਾਰੇ ਬਾਰੇ, ਕਿਸੇ ਵਿਸ਼ੇਸ਼ ਘਟਨਾ ਬਾਰੇ ਜਾਂ ਇੱਥੋਂ ਤੱਕ ਕਿਸੇ ਵਿਸ਼ੇਸ਼ ਵਿਅਕਤੀ ਬਾਰੇ ਕੁਝ ਪੁੱਛਿਆ ਜਾਂਦਾ ਹੈ ਕਿ ਉਸ ਬਾਰੇ ਤੁਸੀਂ ਆਪਣੀ ਰਾਏ ਦਿਓ, ਤਾਂ ਜੋ ਆਪਣੀ ਰਾਏ ਉਹ ਵਿਅਕਤ ਕਰਦਾ ਹੈ ਬੁਨਿਆਦੀ ਤੌਰ ਤੇ ਉਹ ਉਸ ਵਿਅਕਤੀ ਦੇ ਵਿਚਾਰ ਹੀ ਹੁੰਦੇ ਹਨ। ਹੌਲੀ ਹੌਲੀ ਵਿਅਕਤੀਆਂ ਦੇ ਜਾਂ ਇੱਕ ਵੱਖ-ਵੱਖ ਤਰ੍ਹਾਂ ਦੇ ਸਮੂਹਾਂ ਦੇ ਜੋ ਸਮਾਜ ਦੇ ਵਿੱਚ ਲਗਾਤਾਰ ਵਿਚਰਦੇ ਹਨ, ਉਹਨਾਂ ਦੇ ਵਿਚਾਰ ਇੱਕ ਪ੍ਰਵਾਹ ਦੇ ਤੌਰ ਤੇ, ਇੱਕ ਨਿਰੰਤਰਤਾ ਦੇ ਤੌਰ ਤੇ, ਲਗਾਤਾਰ ਵਸਤਾਂ ਨੂੰ ਸਮਝਣ ਦੇ ਤੌਰ ਤੇ ਵਿਕਸਿਤ ਹੋ ਜਾਂਦੇ ਹਨ। ਉਹ ਇੱਕ ਧਾਰਾ, ਲਹਿਰ ਜਾਂ ਪ੍ਰਵਾਹ ਦਾ ਰੂਪ ਅਖਤਿਆਰ ਕਰ ਜਾਂਦੇ ਹਨ। ਜਦੋਂ ਅਸੀਂ ਵਿਚਾਰਾਂ ਦਾ ਪ੍ਰਵਾਹ, ਵਿਚਾਰਾਂ ਦੀ ਧਾਰਾ, ਵਿਚਾਰਾਂ ਦਾ ਵਹਿਣ ਇੱਕ ਇਸ ਰੂਪ ਦੇ ਵਿੱਚ ਉਸ ਨੂੰ ਨਿਰੰਤਰ ਚੱਲਦਾ ਕਿਸੇ ਖਾਸ ਇਤਿਹਾਸਕ ਪੜਾਅ ਉੱਪਰ, ਕਿਸੇ ਖਾਸ ਕਿਸਮ ਦੀ ਲਹਿਰ ਅੰਦਰ ਦੇਖਦੇ ਹਾਂ ਤਾਂ ਉਸ ਨੂੰ ਵਿਚਾਰਧਾਰਾ ਕਿਹਾ ਜਾਂਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਪੂਰੇ ਸਮਾਜ ਦੀ ਵਿਚਾਰਧਾਰਾ ਹੁੰਦੀ ਹੈ, ਇੱਕ ਵਿਸ਼ੇਸ਼ ਕਿਸਮ ਦੀ ਰਾਜਨੀਤਿਕ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ। ਸਾਡੇ ਆਮ ਤੌਰ ਤੇ ਇਹ ਧਾਰਨਾਵਾਂ ਪ੍ਰਚਲਿਤ ਹਨ ਕਿ ਇਹ ਪੱਛਮੀ ਵਿਚਾਰਧਾਰਾ ਹੈ, ਇਹ ਮਾਰਕਸਵਾਦੀ ਵਿਚਾਰਧਾਰਾ ਹੈ, ਇਹ ਆਧੁਨਿਕ ਵਿਚਾਰਧਾਰਾ ਹੈ। ਇਸ ਲਈ ਇਹ ਵਿਅਕਤੀ ਤੋਂ ਲੈ ਕੇ ਸਮਾਜ ਤੱਕ, ਸਮਾਜ ਤੋਂ ਲੈ ਕੇ ਬ੍ਰਹਿਮੰਡ ਤੱਕ ਜੋ ਇੱਕ ਮਨੁੱਖ ਦੀ ਸਾਰੇ ਵਰਤਾਰਿਆਂ ਨੂੰ ਸਮਝਣ ਦੀ ਪ੍ਰਕਿਰਿਆ ਬਣਦੀ ਹੈ, ਜਿਸ ਤੇ ਉਹਦੇ ਵਿਚਾਰਾਂ ਦੀ ਇੱਕ ਨਿਰੰਤਰਤਾ ਸਾਡੇ ਸਾਹਮਣੇ ਆਉਂਦੀ ਹੈ, ਉਸ ਨੂੰ ਵਿਚਾਰਧਾਰਾ ਦੇ ਅੰਤਰਗਤ ਅਸੀਂ ਰੱਖ ਕੇ ਦੇਖਦੇ ਹਾਂ। ਵਿਚਾਰਧਾਰਾ ਬੁਨਿਆਦੀ ਤੌਰ ਤੇ ਮਨੁੱਖੀ ਮਨ ਦੇ ਅੰਦਰੋਂ ਉਸ ਦੇ ਆਪਣੇ ਖਿਆਲ, ਆਪਣੇ ਅਨੁਭਵ ਰਾਹੀਂ ਬਾਹਰੀ ਸੰਸਾਰ ਬਾਰੇ ਉਹਦੀ ਦਿੱਤੀ ਗਈ ਓਪੀਨੀਅਨ, ਉਹਦਾ ਦਿੱਤੀ ਗਈ ਰਾਏ, ਉਹਦਾ ਦਿੱਤਾ ਗਿਆ ਵਿਚਾਰ, ਉਸੇ ਨੂੰ ਅਸੀਂ ਇਸ ਦੇ ਅੰਤਰਗਤ ਲਿਖ ਕੇ ਦੇਖਦੇ ਹਾਂ। ਕਈ ਵਾਰ ਬਹੁਤ ਸਾਰੇ ਵਿਅਕਤੀਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਆਪਣੀ ਵਿਚਾਰਧਾਰਾ ਕਿਹੜੀ ਹੈ। ਸਮਾਜ ਦੇ ਕਿਸੇ ਇੱਕ ਪੱਖ ਬਾਰੇ, ਸਮਾਜ ਦੀ ਇੱਕ ਘਟਨਾ ਬਾਰੇ, ਸਮਾਜ ਦੀ ਇੱਕ ਵਿਸ਼ੇਸ਼ ਕਿਸਮ ਨਾਲ ਸਮਾਜ ਵਿੱਚ ਕੰਮ ਕਰ ਰਹੀ ਰਾਜਨੀਤਿਕ ਪਾਰਟੀ ਬਾਰੇ ਅਸੀਂ ਕਿਸੇ ਦੀ ਰਾਏ ਦੇਖਦੇ ਹਾਂ ਤਾਂ ਉਸ ਨੂੰ ਵੀ ਅਸੀਂ ਵਿਚਾਰਧਾਰਾ ਦੇ ਅੰਤਰਗਤ ਹੀ ਵਿਚਾਰਦੇ ਹਾਂ। ਵਿਚਾਰ ਕਿਸੇ ਵੀ ਵਿਅਕਤੀ ਦਾ ਨਿੱਜੀ ਤੌਰ ਤੇ ਮਨ ਦੇ ਵਿੱਚੋਂ ਪੈਦਾ ਹੋਇਆ ਹੋ ਸਕਦਾ ਹੈ, ਪਰ ਜਦੋਂ ਉਹ ਇੱਕ ਧਾਰਾ, ਪ੍ਰਵੈਣ ਜਾਂ ਵਿਚਾਰਧਾਰਾ ਬਣਦੀ ਹੈ ਤਾਂ ਉਸ ਵਿੱਚ ਇੱਕ ਤੋਂ ਵੱਧ ਪੱਖ ਹੈ ਜਿਹੜੇ ਉਸ ਦੇ ਆਧਾਰ ਤੇ ਹੀ ਉਸ ਨੂੰ ਦੇਖਿਆ ਜਾ ਸਕਦਾ ਹੈ। ਇੱਕ ਵਿਚਾਰ ਨੂੰ ਕਿਸ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਜਾਣਾ ਹੈ, ਇਸ ਦੇ ਲਈ ਕਈ ਵਾਰੀ ਸਾਨੂੰ ਦੂਸਰੇ ਵਿਅਕਤੀਆਂ ਦੇ ਵਿਚਾਰ ਵੀ ਪ੍ਰਭਾਵਿਤ ਕਰਦੇ ਹਨ। ਉਦਾਹਰਨ ਵਜੋਂ ਜੇ ਅਸੀਂ ਅਧਿਆਤਮਿਕ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕਈ ਵਾਰ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸ੍ਰਿਸ਼ਟੀ ਕਿਵੇਂ ਬਣੀ, ਬ੍ਰਹਮ ਨੇ ਸ੍ਰਿਸ਼ਟੀ ਦੀ ਸਾਜਨਾ ਕਿਵੇਂ ਕੀਤੀ, ਉਸ ਤੋਂ ਬਿਨਾਂ ਪਰਮਾਤਮਾ ਹੈ ਜਾਂ ਨਹੀਂ, ਮਨੁੱਖ ਦਾ ਜੀਵਨ ਕੀ ਹੈ, ਮੌਤ ਤੋਂ ਬਾਅਦ ਮਨੁੱਖ ਕਿੱਥੇ ਜਾਂਦਾ ਹੈ। ਇਹਨਾਂ ਬਾਰੇ ਜਦੋਂ ਇੱਕ ਵਿਸ਼ੇਸ਼ ਫਿਰਕੇ, ਵਿਸ਼ੇਸ਼ ਗ੍ਰੰਥ, ਵਿਸ਼ੇਸ਼ ਧਰਮ ਦੀ ਰਾਏ ਨੂੰ ਜਾਣਦੇ ਹਾਂ ਤਾਂ ਉਹ ਇੱਕ ਵਿਸ਼ੇਸ਼ ਧਰਮ ਦੀ ਵਿਚਾਰਧਾਰਾ ਬਣ ਜਾਂਦੀ ਹੈ। ਇਸੇ ਤਰੀਕੇ ਨਾਲ ਇੱਕ ਸਮੇਂ ਤੇ ਮਾਰਕਸਵਾਦ ਨਾਲ ਸੰਬੰਧਿਤ ਵਿਚਾਰ ਚੱਲੇ। ਮਾਰਕਸਵਾਦੀ ਵਿਚਾਰਧਾਰਾ ਉਸ ਨੂੰ ਕਿਹਾ ਜਾਣ ਲੱਗਿਆ। ਉਸਨੇ ਸਾਰੇ ਸਮਾਜ ਨੂੰ ਦੋ ਕੋਟੀਆਂ ਦੇ ਵਿੱਚ ਵੰਡ ਕੇ ਦੇਖਣਾ ਸ਼ੁਰੂ ਕੀਤਾ। ਇੱਕ ਕੋਟੀ ਉਸ ਦੇ ਵਿੱਚ ਬੁਰਜੂਆ ਕੋਟੀ ਕਹੀ ਗਈ, ਜਿਨ੍ਹਾਂ ਨੂੰ ਅਮੀਰ ਵਿਅਕਤੀ ਕਿਹਾ ਜਾਂਦਾ ਹੈ। ਦੂਸਰੇ ਪ੍ਰੋਲੇਟੇਰੀਅਤ ਕਹੇ ਗਏ, ਜਿਨ੍ਹਾਂ ਨੂੰ ਗਰੀਬ ਵਿਅਕਤੀ ਕਿਹਾ ਜਾਂਦਾ ਹੈ। ਤਾਂ ਇਸ ਕਿਸਮ ਦੇ ਵਿਚਾਰਾਂ ਨੂੰ ਲੈ ਕੇ ਜਦੋਂ ਸਮਾਜ ਨੂੰ ਸਮਝਣ ਦੀ ਗੱਲ ਕੀਤੀ ਗਈ ਤਾਂ ਇਸ ਨੂੰ ਮਾਰਕਸਵਾਦੀ ਵਿਚਾਰਧਾਰਾ ਦੇ ਅੰਤਰਗਤ ਰੱਖਿਆ ਗਿਆ। ਇਸੇ ਤਰੀਕੇ ਨਾਲ ਆਧੁਨਿਕ ਵਿਚਾਰਧਾਰਾ ਨੂੰ ਲਿਆ ਗਿਆ। ਜਦੋਂ ਯੂਰਪ ਦੇ ਵਿੱਚ ਮਾਡਰਨਾਈਜੇਸ਼ਨ ਹੋਈ,
ਇੰਡਸਟਰੀਅਲਾਈਜੇਸ਼ਨ ਹੋਈ, ਨਵੇਂ ਵਿਚਾਰਾਂ ਨੇ ਜਨਮ ਲਿਆ, ਹਰ ਚੀਜ਼ ਨੂੰ ਤਰਕ ਦੀ ਪੱਧਰ ਤੇ ਦੇਖਣਾ ਅਤੇ ਸਮਝਣਾ ਸ਼ੁਰੂ ਕੀਤਾ ਅਤੇ ਉਹਨਾਂ ਤਰਕਸੰਗਤ ਵਿਚਾਰਾਂ ਨੇ ਵਿਸ਼ਵ ਪੱਧਰ ਤੇ ਮਨੁੱਖ ਦੀ ਆਜ਼ਾਦੀ ਨੂੰ ਕੇਂਦਰ ਵਿੱਚ ਰੱਖ ਕੇ ਸੋਚਣਾ ਸ਼ੁਰੂ ਕੀਤਾ। ਤੇ ਉੱਥੇ ਨਾਲ ਇਹ ਵੀ ਖਾਸ ਕਿਸਮ ਦਾ ਇੱਕ ਵਿਚਾਰ ਆਇਆ ਕਿ ਮਨੁੱਖ ਕਿਸੇ ਗੈਬੀ ਸ਼ਕਤੀ ਦੁਆਰਾ ਨਹੀਂ ਚਲਾਇਆ ਜਾਂਦਾ, ਬਲਕਿ ਇਸ ਨੂੰ ਸਵਸਥ ਰੱਖਣ ਵਾਸਤੇ, ਇਹਦੀ ਸੋਚ ਨੂੰ ਦਰੁਸਤ ਰੱਖਣ ਵਾਸਤੇ, ਸਮਾਜ ਨੂੰ ਚਲਾਉਣ ਵਾਸਤੇ ਜਿਹੜੀਆਂ ਸਾਡੀਆਂ ਵਿਗਿਆਨਕ ਪੱਧਤੀਆਂ ਉਹ ਹੀ ਕਾਰਾਗਰ ਹੁੰਦੀਆਂ। ਇਸ ਨੂੰ ਸਾਡੀ ਆਧੁਨਿਕ ਵਿਚਾਰਧਾਰਾ ਦੇ ਅੰਤਰਗਤ ਰੱਖ ਕੇ ਦੇਖਣ ਦੀ ਕੋਸ਼ਿਸ਼ ਕੀਤੀ ਗਈ। ਨਵੇਂ ਸਮਾਜ ਦੇ ਵਿੱਚ ਜਦੋਂ ਇਸਤਰੀਆਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਉਸ ਨੂੰ ਫੈਮਿਨਿਜ਼ਮ ਜਾਂ ਫੈਮਿਨਿਸਟ ਵਿਚਾਰਧਾਰਾ ਦੇ ਅੰਤਰਗਤ ਰੱਖ ਕੇ ਦੇਖਿਆ ਗਿਆ। ਇਹ ਸਾਰੀ ਗੱਲਬਾਤ ਤੋਂ ਸਾਡਾ ਭਾਵ ਇਹ ਹੈ ਕਿ ਕੋਈ ਵੀ ਵਿਅਕਤੀ ਵਿਚਾਰ ਤੋਂ ਊਣਾ ਜਾਂ ਹੀਣਾ ਨਹੀਂ ਹੁੰਦਾ। ਹਰ ਵਿਅਕਤੀ ਦਾ ਕੋਈ ਨਾ ਕੋਈ ਵਿਚਾਰ ਹੁੰਦਾ ਹੈ ਤੇ ਜਦੋਂ ਉਹ ਵਿਚਾਰ ਸਮੂਹਕ ਤੌਰ ਤੇ ਕਿਸੇ ਵਿਸ਼ੇਸ਼ ਖਿੱਤੇ ਵਿੱਚ, ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਵਿੱਚ, ਕਿਸੇ ਵਿਸ਼ੇਸ਼ ਇਤਿਹਾਸਕ ਮੋੜ ਦੇ ਉੱਪਰ ਭਾਰੂ ਰੂਪ ਵਿੱਚ ਸਾਹਮਣੇ ਆਉਣ ਤਾਂ ਉਹਨਾਂ ਵਿਚਾਰਾਂ ਨੂੰ ਅਸੀਂ ਇੱਕ ਨਿਰੰਤਰ ਚੱਲ ਰਹੀ ਵਿਚਾਰਧਾਰਾ ਦੇ ਅੰਤਰਗਤ ਰੱਖ ਕੇ ਦੇਖਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵਿਚਾਰਧਾਰਾ ਦਾ ਸਾਹਿਤ ਨਾਲ ਕੀ ਸੰਬੰਧ ਹੈ। ਵਿਚਾਰਧਾਰਾ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਸੇ ਵੀ ਰਚਨਾਕਾਰ ਨੇ ਜਦੋਂ ਆਪਣੀ ਰਚਨਾ ਵਿੱਚ, ਆਪਣੀ ਸਿਰਜਣਾ ਵਿੱਚ ਆਪਣੇ ਆਲੇ ਦੁਆਲੇ ਦੇ ਸਮਾਜ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੁੰਦਾ ਹੈ ਤਾਂ ਉਹ ਬਾਕੀ ਸਾਰੇ ਸਮਾਜ ਦੇ ਪੱਖਾਂ ਬਾਰੇ ਕਿਵੇਂ ਸੋਚਦਾ ਹੈ, ਉਸ ਦੀ ਰਚਨਾ ਵਿੱਚੋਂ ਕਿਸ ਕਿਸਮ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਹਦੇ ਨਾਲ ਪੂਰਨ ਸਮਾਜ ਨੂੰ ਦੇਖਿਆ ਸਮਝਿਆ ਜਾ ਸਕਦਾ ਹੈ, ਉਸ ਨੂੰ ਅਸੀਂ ਉਸ ਵਿਸ਼ੇਸ਼ ਲੇਖਕ ਦੀ, ਉਸ ਵਿਸ਼ੇਸ਼ ਰਚਨਾ ਦੀ ਵਿਚਾਰਧਾਰਾ ਆਖ ਸਕਦੇ ਹਾਂ। ਜਿਵੇਂ ਬਹੁਤ ਸਾਰੀਆਂ ਰਚਨਾਵਾਂ, ਮੈਕਸਮ ਗੋਰਕੀ ਦਾ ਨਾਵਲ ਮਾਂ, ਜਾਂ ਇਸ ਕਿਸਮ ਨਾਲ ਅਸਲੀ ਇਨਸਾਨ ਦੀ ਕਹਾਣੀ ਬੋਰਸ ਪੋਲੇਵਾਈ ਦੀ ਰਚਨਾ, ਜਾਂ ਬਹੁਤ ਸਾਰੇ ਹੋਰ ਲੇਖ ਜਿਨ੍ਹਾਂ ਦੀਆਂ ਰਚਨਾਵਾਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਸਮਾਜ ਨੂੰ ਬੁਰਜੁਆ ਅਤੇ ਪ੍ਰੋਲੇਤਾਰੀ ਰੂਪ ਦੇ ਵਿੱਚ ਦੇਖਿਆ ਗਿਆ, ਉਹਨਾਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਰਚਨਾਵਾਂ ਮਾਰਕਸਵਾਦੀ ਵਿਚਾਰਧਾਰਾ ਵਾਲੀਆਂ ਰਚਨਾਵਾਂ ਹਨ। ਜਦੋਂ ਅਸੀਂ ਅੱਜ ਦੇ ਸਮਾਜ ਵਿੱਚ ਬਹੁਤ ਸਾਰੀਆਂ ਰਚਨਾਵਾਂ ਨੂੰ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਉਸ ਰਚਨਾਵਾਂ ਦਾ ਕੇਂਦਰੀ ਬਿੰਬ ਕੀ ਹੈ, ਉਸ ਰਚਨਾ ਦੇ ਵਿੱਚ ਲੇਖਕ ਨੇ ਕਿਸ ਪੱਖ ਨੂੰ ਆਧਾਰ ਬਣਾ ਕੇ ਗੱਲ ਕੀਤੀ ਹੈ। ਉਹ ਜਿਸ ਪੱਖ ਰਾਹੀਂ ਸਮਾਜ ਬਾਰੇ ਲੇਖਕ ਭਾਵੇਂ ਪਾਤਰਾਂ ਰਾਹੀਂ, ਭਾਵੇਂ ਸਿੱਧੇ ਤੌਰ ਤੇ ਆਪ ਬਰਤਾਂਤ ਵਿੱਚ ਦਾਖਲ ਹੋ ਕੇ ਆਪਣੀ ਗੱਲ ਦੱਸੇ, ਉਸ ਨੂੰ ਅਸੀਂ ਉਸ ਵਿਸ਼ੇਸ਼ ਲੇਖਕ ਦੀ ਵਿਚਾਰਧਾਰਾ ਆਖ ਸਕਦੇ ਹਾਂ। ਅੱਗੇ ਜਾ ਕੇ ਜਦੋਂ ਅਸੀਂ ਵਿਚਾਰਧਾਰਾ ਨੂੰ ਹੋਰ ਵਿਸ਼ਾਲ ਅਰਥਾਂ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਵਿਚਾਰਧਾਰਾਵਾਂ ਦੇ ਵੱਖ-ਵੱਖ ਪ੍ਰਵਰਗ ਬਣੇ ਹੋਏ ਵੀ ਸਾਡੇ ਸਾਹਮਣੇ ਆਉਂਦੇ ਆ। ਵਿਚਾਰਧਾਰਕ ਪ੍ਰਵਰਗ ਤੋਂ ਭਾਵ ਇਹ ਹੁੰਦਾ ਹੈ ਕਿ ਇੱਕ ਖਾਸ ਲੇਖਕਾਂ ਦਾ ਸਮੂਹ, ਇੱਕ ਖਾਸ ਆਲੋਚਕਾਂ ਦਾ ਸਮੂਹ, ਇੱਕ ਖਾਸ ਕਿਸਮ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਦਾ ਸਮੂਹ, ਇੱਕ ਖਾਸ ਕਿਸਮ ਦੇ ਦਰਸ਼ਨ ਤੋਂ ਸਮਾਜ ਨੂੰ ਸਮਝਣ ਵਾਲੇ ਵਿਅਕਤੀਆਂ ਦਾ ਸਮੂਹ, ਖਾਸ ਕਿਸਮ ਦੀ ਅਧਿਆਤਮਕ ਧਾਰਾ ਨੂੰ ਲੈ ਕੇ ਚੱਲਣ ਵਾਲੇ ਵਿਅਕਤੀਆਂ ਦਾ ਸਮੂਹ, ਉਹਨਾਂ ਸਾਰਿਆਂ ਦੀ ਅਲੱਗ-ਅਲੱਗ ਅਤੇ ਆਪਣੀ-ਆਪਣੀ ਕਿਸਮ ਦੀ ਵੀ ਵਿਚਾਰਧਾਰਾ ਹੁੰਦੀ ਹੈ। ਇਸ ਲਈ ਜਦੋਂ ਅਸੀਂ ਵਿਚਾਰਧਾਰਾ ਨੂੰ ਦੇਖਣਾ ਹੈ, ਵਿਚਾਰਧਾਰਾ ਨੂੰ ਸਮਝਣਾ ਹੈ, ਵਿਚਾਰਧਾਰਾ ਬਾਰੇ ਜਾਣਨਾ ਹੈ ਤਾਂ ਸਾਨੂੰ ਇਹਨਾਂ ਸਾਰੇ ਪੱਖਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਕਿਸੇ ਵੀ ਲੇਖਕ ਦੀ ਵਿਚਾਰਧਾਰਾ ਬਾਰੇ, ਕਿਸੇ ਵਿਸ਼ੇਸ਼ ਵਿਅਕਤੀ ਦੀ ਵਿਚਾਰਧਾਰਾ ਬਾਰੇ, ਕਿਸੇ ਰਾਜਨੀਤਿਕ ਪਾਰਟੀ ਦੀ ਵਿਚਾਰਧਾਰਾ ਬਾਰੇ ਆਮ ਤੌਰ ਤੇ ਦੂਸਰੇ ਵਿਅਕਤੀਆਂ ਤੋਂ ਪੁੱਛਿਆ ਜਾਂਦਾ ਹੈ ਤਾਂ ਉੱਥੇ ਕਿਸੇ ਕਿਸਮ ਦੀ ਮਨ ਦੇ ਵਿੱਚ ਦੁਬਿਧਾ ਦੀ ਜ਼ਰੂਰਤ ਨਹੀਂ ਹੁੰਦੀ। ਕਿਸੇ ਵੀ ਵਿਅਕਤੀ ਦਾ ਸਮਾਜ ਬਾਰੇ ਆਈਡੀਏ ਦੇ ਰੂਪ ਵਿੱਚ ਦਿੱਤਾ ਗਿਆ ਪ੍ਰਤੀਕਰਮ ਹੀ ਉਸ ਦੀ ਵਿਚਾਰਧਾਰਾ ਬਣਦੇ ਹਨ। ਕਿਸੇ ਇੱਕ ਵਿਅਕਤੀ ਦੀ ਵਿਚਾਰਧਾਰਾ ਜ਼ਰੂਰੀ ਨਹੀਂ ਕਿ ਦੂਸਰੇ ਨਾਲ ਮੇਲ ਖਾਂਦੀ ਹੋਵੇ, ਪਰੰਤੂ ਜਦੋਂ ਅਸੀਂ ਸਮੂਹਕ ਤੌਰ ਤੇ ਕੁਝ ਵਿਸ਼ੇਸ਼ ਅਤੇ ਨਿਸ਼ਚਿਤ ਵਿਚਾਰਾਂ ਨੂੰ ਅਪਣਾ ਲੈਂਦੇ ਹਾਂ ਤਾਂ ਉਹਨੂੰ ਅਸੀਂ ਵਿਅਕਤੀਗਤ ਵਿਚਾਰਧਾਰਾ ਤੋਂ ਸਮੂਹਿਕ ਵਿਚਾਰਧਾਰਾ ਤੱਕ ਲੈ ਜਾਂਦੇ ਹਾਂ। ਉਹ ਸਮੂਹਿਕ ਵਿਚਾਰਧਾਰਾ ਨੂੰ ਕਈ ਵਾਰ ਪੋਜ਼ਿਟਿਵ ਸੈਂਸ ਦੇ ਵਿੱਚ ਵੀ ਲਿਆ ਜਾਂਦਾ ਹੈ ਤੇ ਕਈ ਵਾਰੀ ਉਸ ਨੂੰ ਨੈਗੇਟਿਵ ਸੈਂਸ ਦੇ ਵਿੱਚ ਵੀ ਲਿਆ ਜਾਂਦਾ ਹੈ। ਉਦਾਹਰਨ ਵਜੋਂ ਜੇ ਅਸੀਂ ਨੈਗੇਟਿਵ ਸੈਂਸ ਦੀ ਗੱਲ ਕਰਨੀ ਹੋਵੇ ਤਾਂ ਮਨੁ ਸਿਮਰਤੀ ਦੇ ਨਾਲ ਸਮਾਜ ਵਿੱਚ ਇੱਕ ਜਾਤੀ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਵਰਨ ਵੰਡ ਕੀਤੀ ਗਈ। ਇਸ ਨਾਲ ਸਮਾਜ ਹੈ ਜਿਹੜਾ ਇੱਕ ਪ੍ਰਵਾਹ ਦੇ ਵਿੱਚ ਚੱਲਣਾ ਸੀ, ਜਿਸ ਦੇ ਵਿੱਚ ਲੋਕ ਇੱਕੋ ਤਰੀਕੇ ਨਾਲ ਜਨਮ ਲੈਂਦੇ ਸੀ, ਉਹ 4 ਪ੍ਰਮੁੱਖ ਵਰਨਾਂ ਦੇ ਵਿੱਚ ਵੰਡਿਆ ਗਿਆ। ਉਹਦੇ ਵਿੱਚ ਬ੍ਰਾਹਮਣ, ਵੈਸ਼, ਖੱਤਰੀ ਅਤੇ ਸ਼ੂਦਰ ਬਣ ਗਏ। ਕੁਝ ਲੋਕਾਂ ਨੇ ਇਸ ਵਿਚਾਰਧਾਰਾ ਨੂੰ ਅਪਣਾਇਆ ਅਤੇ ਇਸ ਵਿਚਾਰਧਾਰਾ ਵਿੱਚੋਂ ਊਚ ਨੀਚ ਦੀ ਪਰੰਪਰਾ ਨਿਕਲ ਕੇ ਸਾਹਮਣੇ ਆਈ। ਇਸ ਤੋਂ ਬਾਅਦ ਦੇ ਵਿੱਚ ਜਾ ਕੇ ਜੇ ਅਸੀਂ ਸਿੱਖੀਜ਼ਮ ਦੀ ਗੱਲ ਕਰੀਏ, ਜਿਸ ਦੇ ਵਿੱਚ ਮਾਨਸਕੀ ਜਾਤ ਸਭੇ ਏਕੇ ਪਹਿਚਾਨਬੋ ਦੀ ਗੱਲ ਕੀਤੀ ਗਈ, ਉੱਥੇ ਇਹ ਵਿਚਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਮਨੁੱਖ ਬਰਾਬਰ ਹੈ, ਉਹਨਾਂ ਦੀ ਲੰਗਰ ਅਤੇ ਪੰਗਤ ਬਰਾਬਰ ਹੈ,
ਕੱਲਾ ਆਪਣਾ ਭਲਾ ਨਹੀਂ, ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ। ਕੋਈ ਜਾਤੀ ਵਿਸ਼ੇਸ਼ ਨਹੀਂ, ਕੋਈ ਵਿਅਕਤੀ ਵਿਸ਼ੇਸ਼ ਨਹੀਂ, ਜਨਮ ਤੋਂ ਕੋਈ ਵਿਅਕਤੀ ਉੱਤਮ ਜਾਂ ਜਨਮ ਤੋਂ ਕੋਈ ਵਿਅਕਤੀ ਨੀਚ ਨਹੀਂ ਹੁੰਦਾ। ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸਿੱਖੀਜ਼ਮ ਦੀ, ਸਿੱਖ ਪੰਥ ਦੀ, ਸਿੱਖ ਪਰੰਪਰਾ ਦੀ ਜਾਂ ਗੁਰਮਤ ਦੀ ਵਿਚਾਰਧਾਰਾ ਹੈ। ਇਸੇ ਤਰੀਕੇ ਨਾਲ ਜਦੋਂ ਸਮਾਜ ਨੂੰ ਆਰਥਿਕਤਾ ਦੀ ਪੱਧਰ ਤੋਂ ਵੰਡ ਕੇ ਦੇਖਿਆ ਜਾਣ ਲੱਗਿਆ ਕਿ ਸਮਾਜ ਦੇ ਵਿੱਚ ਸਾਰੇ ਜਿਹੜੇ ਸਾਧਨ ਹੈ ਉਹਨਾਂ ਤੇ ਸਾਰਿਆਂ ਦਾ ਸਾਂਝਾ ਅਧਿਕਾਰ ਹੋਣਾ ਚਾਹੀਦਾ ਹੈ, ਇਸ ਕਿਸਮ ਦੀ ਵਿਚਾਰਧਾਰਾ ਨੂੰ ਮਾਰਕਸਵਾਦੀ ਵਿਚਾਰਧਾਰਾ ਦੇ ਅੰਤਰਗਤ ਰੱਖਿਆ ਗਿਆ। ਇਸ ਤੋਂ ਅਲੱਗ ਇੱਕ ਪੂੰਜੀਵਾਦੀ ਵਿਚਾਰਧਾਰਾ ਵੀ ਆਈ, ਜਿਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਨਿੱਜੀ ਤੌਰ ਤੇ ਸੰਪਤੀ ਰੱਖਣ ਦਾ ਅਧਿਕਾਰ ਹੈ। ਉਹ ਅਮੀਰ ਹੋ ਸਕਦਾ ਹੈ। ਇੱਕ ਵਿਅਕਤੀ ਆਪਣੇ ਸਾਧਨਾਂ ਦੀ ਬਹੁਲਤਾ ਕਰਕੇ ਕਿੰਨਾ ਵੀ ਧਨ ਦੌਲਤ ਆਪਣੇ ਕੋਲ ਰੱਖ ਸਕਦਾ ਹੈ। ਉਸ ਦੀ ਵਿਅਕਤੀਗਤ ਯੋਗਤਾ ਦੇ ਆਧਾਰ ਤੇ ਉਹ ਅਮੀਰ ਬਣ ਸਕਦਾ ਹੈ। ਜੇਕਰ ਦੂਸਰੇ ਵਿਅਕਤੀ ਉਸ ਤੋਂ ਆਰਥਿਕ ਤੌਰ ਤੇ ਪਛੜ ਜਾਂਦੇ ਹਨ ਤਾਂ ਉਹ ਉਹਨਾਂ ਦੀ ਕਾਰਜਕੁਸ਼ਲਤਾ ਜਾਂ ਯੋਗਤਾ ਹੈ ਜਾਂ ਸਮਾਜ ਵਿੱਚ ਉਹਨਾਂ ਦੁਆਰਾ ਪਾਇਆ ਹੋਇਆ ਯੋਗਦਾਨ ਹੈ। ਇਸ ਕਰਕੇ ਜਦੋਂ ਕੋਈ ਵਿਅਕਤੀ ਪੂੰਜੀ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਵਿਕਾਸ ਲਈ ਆਪਣੀਆਂ ਲੀਹਾਂ ਦੀ ਸਿਰਜਣਾ ਕਰਦਾ ਹੈ, ਉਸ ਨੂੰ ਪੂੰਜੀਵਾਦੀ ਵਿਚਾਰਧਾਰਾ ਕਿਹਾ ਜਾਂਦਾ ਹੈ। ਇਸ ਲਈ ਦੋਸਤੋ, ਵਿਚਾਰ ਤੋਂ ਵਿਚਾਰਧਾਰਾ ਤੱਕ ਦਾ ਸਫ਼ਰ ਹੈ ਜਿਹੜਾ, ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਸਾਨੂੰ ਜੀਵਨ ਦੇ ਹਰ ਹਿੱਸੇ ਵਿੱਚ, ਹਰ ਖਿੱਤੇ ਵਿੱਚ, ਹਰ ਡਿਸਕਸ਼ਨ ਵਿੱਚ, ਹਰ ਰਚਨਾ ਨੂੰ ਸਮਝਣ ਵਿੱਚ, ਸਮਾਜ ਨੂੰ ਸਮਝਣ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ। ਇਸ ਲਈ ਉਮੀਦ ਕਰਦੇ ਹਾਂ ਕਿ ਇਸ ਦੇ ਨਾਲ ਕੁਝ ਤੁਹਾਨੂੰ ਗੱਲਾਂ ਸਮਝਣ ਦੇ ਵਿੱਚ ਜ਼ਰੂਰ ਸਹਾਇਤਾ ਮਿਲੇਗੀ। ਇਸ ਤੋਂ ਬਾਅਦ ਅਸੀਂ ਅਗਲੀ ਵੀਡੀਓ ਦੇ ਵਿੱਚ ਦ੍ਰਿਸ਼ਟੀਕੋਣ ਤੋਂ ਦਰਸ਼ਨ ਤੱਕ, ਇਸ ਵੀਡੀਓ ਦੇ ਵਿੱਚ ਵਿਚਾਰਧਾਰਾ ਤੱਕ ਆਏ, ਵਿਚਾਰਧਾਰਾ ਤੋਂ ਦਰਸ਼ਨ ਤੱਕ ਅਸੀਂ ਅਗਲੀ ਵੀਡੀਓ ਵਿੱਚ ਜਾਵਾਂਗੇ। ਤੁਹਾਡਾ ਧੰਨਵਾਦ।